सतनाम करता पुरख निरभव निर्वैर अकाल मूरत अजूनी सैभं गुर प्रसाद। तन तन गुरु ग्रंथ साहब जी महाराज, तन तन गुरु ग्रंथ साहब जी महाराज, तन गुरु गोबिंद सिंह साहब सच, तन गुरु नानक साहिब जी हजूर। शब्द विचार आप कृपा रखना महाराज। शब्द दी विचार जपजी साहब दी 19वीं पौड़ी। किसी भी वस्तु ਨੂੰ ਜਾਣਨਾ है ਤਾਂ ਉਹਨੂੰ ਜਾਣਨ ਵਾਸਤੇ ਕੋਈ ਵਿਧੀ ਵਰਤਣੀ ਪੈਂਦੀ ਹੈ। ਜਿਵੇਂ ਲੋਹੇ ਨੂੰ ਜਾਣਾਂਗੇ ਤੇ ਉਹਨੂੰ ਉਸ ਦਾ ਕੀ ਕੰਪੋਜੀਸ਼ਨ ਹੈ, ਕੀ ਲੰਬਾਈ ਕੀ ਚੌੜਾਈ, ਇਹ ਜਾਣਨ ਵਾਸਤੇ ਕੋਈ ਵਿਧੀ ਵਰਤਾਂਗੇ, ਕੋਈ ਮੈਥਡ ਵਰਤਾਂਗੇ ਜਿਸ ਨਾਲ ਇਹਨੂੰ ਜਾਣ ਪਾਵਾਂਗੇ। ਜੇ ਲੱਕੜੀ ਨੂੰ ਜਾਣਨਾ ਹੋਇਆ ਤੇ ਉਹਦੇ ਕੀ ਕੁਆਲਿਟੀਜ਼ ਹਨ, ਫਿਰ ਉਹਦੇ ਨਾਪ ਤੋਲ ਕੀ ਹੈ। ਕਿਸੇ ਵੀ ਵਸਤੂ ਵਿੱਚ, ਕਿਸੇ ਵੀ ਜਨ ਨੂੰ, ਕਿਸੇ ਵੀ ਅਵਸਥਾ ਨੂੰ ਜਾਣਨ ਲਈ ਉਹਦੇ ਵਿੱਚ ਕੋਈ ਮੈਥਡ ਵਰਤਣਾ ਪਏਗਾ। ਨਿਰੰਕਾਰ ਨੂੰ ਜਾਣਨ ਲਈ ਕੀ ਵਿਧੀ ਵਰਤਾਂਗੇ। ਕਿ ਸਚਿਆਰਾ ਹੋਈ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਉਹਨੂੰ ਨਾਪਾਂਗੇ ਕਿਵੇਂ, ਉਹਨੂੰ ਜਾਣਾਂਗੇ ਕਿਵੇਂ। ਗਿਣਤੀ ਦਾ ਅਗਰ ਅਖੀਰਲਾ ਕੋਈ ਸ਼ਬਦ ਹੈ ਤੇ ਉਹ ਅਸੰਖ ਹੈ। ਇੱਕ ਤੋਂ ਲੈ ਕੇ ਅਸੰਖ ਤੱਕ, ਜ਼ੀਰੋ ਤੋਂ ਲੈ ਕੇ ਇਨਫਾਈਨਾਈਟ ਤੱਕ, 1 ਤੋਂ ਲੈ ਕੇ ਇਨਫਾਈਨਾਈਟ ਤੱਕ। ਜਦੋਂ ਕਿਸੇ ਦਾ ਗਿਣਤੀ ਵਿੱਚ ਬਲ ਹਾਰ ਜਾਏ ਤਾਂ ਉਹ ਇਹੀ ਕਹੇਗਾ असंख्य है, इनफाइनाइट है। साहिब ने निरंकार ਨੂੰ ਜਾਣਨ ਵਾਸਤੇ ਇਹ ਪੌੜੀਆਂ ਦੱਸੀਆਂ ਹਨ। ਅਸੰਖ ਦੇ ਮਾਰਗ ਤੋਂ ਉਸ ਨੂੰ ਜਾਣਨ ਦੇ ਪੌੜੀ ਵਿੱਚ ਉਤਰਦੇ ਨੇ ਤੇ ਪੌੜੀ ਦਾ ਅੰਤ ਕਹਿੰਦੇ ਹਨ ਕੁਦਰਤ ਕੌਣ ਕਾ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ। ਕਹੇ ਤੇ ਉਹਨੂੰ ਯਤਨ ਤੇ ਕਰ ਰਹੇ ਹਨ ਉਸ ਨੂੰ ਜਾਣਨ ਲਈ, ਉਸ ਨੂੰ ਗਿਣਨ ਵਾਸਤੇ। ਅਸੰਖ ਦੇ ਵਿੱਚ ਜਾ ਕੇ ਹਾਰ ਮੰਨ ਕੇ ਸਾਹਿਬ ਕਹਿੰਦੇ ਹਨ ਕਿ ਕੁਦਰਤ ਦੀ ਵਿਚਾਰ ਕਿਵੇਂ ਕਰ ਲਈਏ। ਜਿਹੜਾ ਵਿਚਾਰ ਤੋਂ ਪਰੇ ਹੈ ਉਸ ਨੂੰ ਕਿਵੇਂ ਵਿਚਾਰੀਏ। ਕੁਦਰਤ ਵਿੱਚ ਉਹ ਵਸਦਾ ਹੈ। ਇੱਕੋ ਹੀ ਵਿਧੀ ਹੈ ਮਹਾਰਾਜ ਕਹਿੰਦੇ ਨੇ, ਵਾਰਿਆ ਨਾ ਜਾਵਾਂ ਇੱਕ ਵਾਰ, ਉਹਦੇ ਤੇ ਵਾਰ ਜਾਈਏ। ਕਿਸ ਚੀਜ਼ ਨੂੰ ਵਾਰਨਾ ਹੈ? ਆਪਣੇ ਮਨ ਨੂੰ ਵਾਰਨਾ ਹੈ ਜਿਹੜਾ ਵਿਸਮਾਦ ਵਿੱਚ ਚਲਾ ਗਿਆ। ਉਹਦੇ ਦਰਸ਼ਨ ਵਿੱਚ ਜਿਹੜਾ ਵਿਸਮਾਦ ਵਿੱਚ ਚਲਾ ਗਿਆ, ਉਸਨੇ ਉਸ ਮਨ ਨੂੰ ਮਾਰ ਹੀ ਲਿਆ ਜਿਹੜਾ ਗਿਣਤੀ ਕਰਦਾ ਹੈ। ਉਹ ਮਨ ਜਿਹੜਾ ਗਿਣਤੀ ਕਰਦਾ ਹੈ ਉਸ ਨੂੰ ਜਾਣਨਾ ਚਾਹੁੰਦਾ ਹੈ ਜਿਹੜਾ ਗਿਣਤੀ ਤੋਂ ਪਰੇ ਹੈ। ਤਾਂ ਅਸੰਖ ਤੋਂ ਸ਼ੁਰੂ ਕਰਦਾ ਹੈ, ਫਿਰ ਵੀ ਹਾਰ ਜਾਂਦਾ ਹੈ। ਉਸ ਮਨ ਵਿੱਚ ਕੀ ਹੋ ਰਿਹਾ ਹੈ? ਜਪ ਤਪ ਵੀ ਉਹ ਕਰਦਾ ਹੈ, ਭਾਵ ਵੀ ਉਹ ਰੱਖਦਾ ਹੈ, ਅਨੇਕਾਂ ਹੀ ਉਹ ਵਿਧੀਆਂ ਵਰਤਦਾ ਹੈ, ਪਰ ਫਿਰ ਵੀ ਮੂਰਖ, ਅਸੰਖ ਮੂਰਖ, ਅੰਧਕੋਰ, ਅਸੰਖ ਚੋਰ, ਹਰਾਮਖੋਰ ਫਿਰ ਵੀ ਇਹ ਵਰਤ ਰਿਹਾ ਦੁਨੀਆ ਵਿੱਚ। ਨਿਕਲਿਆ ਤੇ ਹੈ ਜਪ ਤਪ ਕਰਨ ਲਈ ਮਨ, ਪਰ ਹਰਾਮਖੋਰ ਵੀ ਇਸੇ ਧਰਤੀ ਤੇ ਨੇ, ਮੇਰੇ ਔਰ ਤੁਹਾਡੇ ਸਾਥ ਵਿੱਚ ਨੇ, ਮੇਰੇ ਔਰ ਤੁਹਾਡੇ ਹਿੱਸਾ ਨੇ। ਮਨ ਨੂੰ ਅਗਰ ਕਲੈਕਟਿਵ ਮਾਈਂਡ ਲੈ ਕੇ ਚਲੀਏ, ਅੰਗਰੇਜ਼ ਇਸ ਨੂੰ ਕੌਨਸ਼ੀਅਸਨੈਸ ਕਹਿੰਦੇ ਆ,
ਜਦੋਂ ਇੱਕ ਮਨ ਹੋ ਜਾਏ ਤਾਂ ਉਹਦੇ ਵਿੱਚ ਜਪ ਤਪ ਪੂਜਾ ਵੀ ਹੈ, ਪਰ ਉਹ ਹਰਾਮਖੋਰ ਵੀ ਹੈ। ਚੰਗਾ ਔਰ ਮਾੜਾ ਦੋਨਾਂ ਦੀ ਗੱਲ ਹੋ ਰਹੀ ਹੈ। ਕਿਹੜਾ ਰੰਗ ਪੱਕਾ ਹੈ, ਬੜੇ ਭੇਦ ਦੀ ਗੱਲ ਹੈ। ਕਾਫੀ ਤਾਂ ਇਹ ਸਮਝਾ ਰਹੇ ਨੇ ਸਾਹਿਬ ਸਾਨੂੰ ਕਿ ਗਿਣਤੀ ਤੋਂ ਪਰੇ ਹੈ ਭਾਈ, ਸੋਚ ਤੋਂ ਪਰੇ ਹੈ, ਲॉजिक ਤੋਂ ਪਰੇ ਹੈ। ਹਾਰ ਕੇ ਉਹਦੇ ਅੱਗੇ ਅਰਪਣ ਕਰਨਾ ਹੀ ਮਨ ਕੋਈ ਰਸਤਾ ਨਿਕਲਦਾ ਹੈ। ਅਸੰਖਾਂ ਹੀ ਗ੍ਰੰਥ ਨੇ, ਪਰ ਅਸੰਖਾਂ ਹੀ ਹਰਾਮਖੋਰ ਨੇ। ਇਹਦੇ ਕਿਤਾਬ ਬੈਲੈਂਸ ਲਵਾਂਗੇ। ਇੱਥੇ ਕਿਸ ਨੂੰ ਕਹਾਂਗੇ ਕਿ ਜ਼ਿਆਦਾ ਭਾਰੀ ਹੈ, ਗਿਣਤੀ ਵੀ ਨਹੀਂ ਹੈ। ਮਨ ਦੇ ਅਗਰ ਚੰਗੇ ਪਹਿਲੂ ਤੇ ਉਤਰਾਂਗੇ ਤੇ ਮਾੜਾ ਨਾਲ ਉਤਰੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਯਾਦ ਹੈ ਮੈਨੂੰ, ਇੱਕ ਸਿੱਖ ਆਇਆ ਹੈ, ਮੈਨੂੰ ਲੱਗਦਾ ਸੁਨਿਆਰ ਹੈ ਸ਼ਾਇਦ ਕੋਈ, ਤਾਂ ਮਹਾਰਾਜ ਨੂੰ ਆਪਣੇ ਗੁਣ ਦਿਖਾਉਂਦਾ ਹੈ, ਆਪਣੀ ਕਲਾ ਦਿਖਾਉਂਦਾ ਹੈ। ਸਾਹਿਬ ਖੁਸ਼ ਹੋ ਕੇ ਕਹਿੰਦੇ ਨੇ ਅਵਗੁਣ ਕੀ ਹੈ ਤੇਰਾ, ਕਿਉਂਕਿ ਨਾਲ ਨਾਲ ਚੱਲੇਗਾ। ਤਵੈਤ ਦੇ ਅੰਦਰ ਦੋਨੋਂ ਨਾਲ ਚੱਲਣਗੇ। ਜਿਹੜਾ ਸਾਡੇ ਚੋਂ ਤਵੈਤ ਤੋਂ ਉੱਪਰ ਉੱਠ ਗਿਆ ਉਹ ਸ਼ਾਇਦ ਸਮਝ ਸਕਦਾ ਹੈ, ਜਿਸ ਤੇ ਕਿਰਪਾ ਹੋਏ, ਜਿਹਦੀ ਬਾਹੋਂ ਆ ਫੜ ਲੈਣ, ਜਿਸ ਨੂੰ ਗੁਰ ਪ੍ਰਸਾਦ ਦੀ ਵਰਖਾ ਹੋ ਜਾਏ, ਜਿਹਦੀ ਧਰਤੀ ਤਿਆਰ ਹੋਏ, ਜਿਹਦੇ ਮਨ ਵਿੱਚ ਪ੍ਰੇਮ ਹੋਏ, ਜਿਹਦੇ ਮਨ ਵਿੱਚ ਭਾਵ ਹੋਏ, ਜਿਹੜਾ ਸੱਚ ਦਾ ਵਪਾਰੀ ਹੋਏ, ਜਿਹੜਾ ਝੂਠ ਨੂੰ ਤਿਆਗਣ ਲਈ ਤਿਆਰ ਹੋਏ, ਜਿਹੜਾ ਦੁੱਖ ਸੁੱਖ ਤੋਂ ਪਰੇਸ਼ਾਨ ਹੋ ਕੇ ਆਨੰਦ ਨੂੰ ਢੂੰਡਦਾ ਹੋਏ, ਜਿਹੜਾ ਡਰਦਾ ਨਾ ਹੋਏ ਡੁੱਬਣ ਤੋਂ, ਉਹੀ ਪ੍ਰੇਮ ਨੂੰ ਪ੍ਰਾਪਤ ਕਰ ਲੈਂਦਾ ਹੈ। ਆਪਣੇ ਆਪ ਨੂੰ ਗਵਾ ਕੇ ਹੀ ਪ੍ਰੇਮ ਦਿੰਦਾ ਹੈ। ਆਪਣੇ ਆਪ ਦੀ ਬਿਰਧ ਵਿੱਚ ਪ੍ਰੇਮ ਨਹੀਂ ਮਿਲਦਾ। ਪ੍ਰੇਮ ਤਾਂ ਹੀ ਮਿਲੇਗਾ ਜਦੋਂ ਮੈਂ ਜਾਏਗਾ, ਨਹੀਂ ਤਾਂ ਮੈਂ ਦੇ ਅੰਦਰ ਇਹੀ ਦੋਨੋਂ ਪੱਖ ਚੱਲਣਗੇ। ਕਦੇ ਪੂਜਾ ਕਰੇਗਾ, ਕਦੇ ਹਰਾਮਖੋਰ ਬਣੇਗਾ। ਕੀ ਕਹੇਗਾ ਆਪਣੇ ਆਪ ਨੂੰ ਮੈਂ ਕੀ ਹਾਂ, ਦੁਨੀਆ ਨੂੰ ਕਹੇਗਾ ਮੈਂ ਚੰਗਾ ਹਾਂ। ਆਪਣੇ ਅੰਤਰ ਵਿੱਚ ਜਾਣੇਗਾ ਮੇਰੇ ਵਰਗਾ ਹੈ, ਹਰਾਮਖੋਰ ਹੈ। ਇਹ ਮਨ ਦੇ ਪਹਿਲੂ ਨੇ, ਪਰ ਕੋਈ ਡਰ ਨਹੀਂ ਹੈ। ਇਹ ਹੈ ਤਾਂ ਕਿਸੇ ਨੂੰ ਜੱਜ ਕਰਨਾ ਵੀ ਗਲਤ ਹੋ ਜਾਂਦਾ ਹੈ। ਕਿਸੇ ਦੇ ਦੁੱਖ ਨੂੰ ਦੇਖ ਕੇ ਸੁਖੀ ਹੋ ਜਾਣਾ ਵੀ ਨਿੰਦਕ ਦਾ ਹੀ ਇੱਕ ਕਸੌਟੀ ਹੈ। ਇਸ ਧਰਤੀ ਤੇ ਉਹ ਲੋਕ ਪ੍ਰਵਾਨ ਨੇ ਜਿਹੜੇ ਪ੍ਰੇਮ ਦਿੰਦੇ ਨੇ ਤੇ ਪ੍ਰੇਮ ਲੈਂਦੇ ਨੇ। ਇੱਕ ਧਾੜਵੀ ਆਦਮੀ ਬਾਬਾ ਬਿਧੀ ਚੰਦ ਗੁਰੂ ਅਰਜਨ ਸਾਹਿਬ ਕੋਲ ਆਏ ਹਨ। ਚੋਰ ਆਦਮੀ ਹੈ। ਮਹਾਰਾਜ ਪੁੱਛਦੇ ਨੇ ਕੀ ਕਰਦੇ ਹੋ? ਬਾਬਾ ਬਿਧੀ ਚੰਦ ਕਹਿੰਦੇ ਨੇ ਮਹਾਰਾਜ ਚੋਰੀ ਕਰਦਾ। कितना सरल चोरता है, पर देखो मन कितना सरल है। साहिब ने उसे वेले प्रगट किया है। हजूर की कहते हैं चंगा फिर हुण नाम दी चोरी करो। गुरु और सिख दा प्रेम ना गुरु ने ताड़ना दी है। चोरी क्यों की है, चोर क्यों बन गए हो? गल ना ला के प्रेम दिंदे और जीवन पलट दिंदे। एक संत पुरुष बने बाबा बिधि चंद। धन बाबा बिधि चंद। यह है गुरु और सिख का प्रेम। ऐसे रंग विच सिख होने दे नाते सिख बनन दे यतन दे मार्ग ते चलते हुए जे असी सिख बनना चाहते हाँ, साडा भी यही रंग होना चाहिए है। दुनिया विच माड़े नूं होर माड़ा बनाना, किसी दा अवगुण देख के कहना वो माड़ा है, जज करना सिख दा सुभाव नहीं है। असी कौन हाँ जज करने ले? असी की कमा लिया?
जब निरंकार ही नहीं सानू जज करता, जिसने सानू बनाया है, अगर वो सवेरे साडे खड़े होके आ जाए रोज और सानू लिस्ट दे जाए भी की अवगुण कीते सारे दिन विच, तो अगला दिन कटना मुश्किल हो जाना। पर यही है, दुनियावी पद्धर ते यही चलता है। महाराज ने सानू दोनों के दर्शन कराए हैं, कोई जजमेंट नहीं दिती है, बल्कि अपने आप नू नीच ही किया है। रंग ने मन का कम ही यही है, बदलाव विच रहना। अगर वो अज चंगा होएगा कल माड़ा भी हो जाएगा, यह रंग ने ओदे। और किथे मन की तय विच की छिपया है सानू कई बार आप नहीं पता रहता। केड़ी गल तो आप आखो बैठिए पता नहीं लगता। यह मन का कर्म है, द्वैत विच रहने मन का। पर गुरु नानक साहब तो सानू किसी होर अवस्था नाल जोड़ना चाहते हैं। गुरु का प्रेम है, गुरु का साथ है, गुरु की संगत है, तो आनंद के दर्शन ने। आनंद एक एब्सोल्यूट वर्ड है, उसका कोई ओपोजिट नहीं है। महाराज सानू इन्हां पौड़ियां दे जरिए विधियां दस रहे हैं, किवें उसनूं जान के भी हार जावांगे। जिस मन तो असीं विचरदे हां, उस मन तो उसनूं जाणिया नहीं जा सकदा। भावें असंख वरत लईए, भावें अणगिणत उहनूं कह दईए, फिर भी उसनूं जाणन दे नेड़े नहीं पहुंचांगे। महाराज 19वीं पौड़ी अगर कोई पढ़ दे तो फिर इसकी विचार ते उतरदे हां। वाहेगुरु साहिब जियो, असंख नाव असंख थाव, अगम अगम असंख लो, असंख कहे सिर पार होए, अखरी नाम अखरी सलाह, अखरी ज्ञान गीत गुण गाहा, अखरी लिखण बोलण बाण, अखरा सिर संजोग वखाण, जिन एह लिखे तिस सुर नाहे, जे फरमाए तिव तिव पाहे, जेता कीता तेता नाव, वरना वैना ही को थाओ, कुदरत कवण कहा विचार, वार्या ना जावा एक वार, जो तुध पावे साई पलिकार, तू सदा सलामत निरंकार। वाहिगुरू जी का खालसा, वाहिगुरू जी की फतेह। असंख नाव असंख था, अगम अगम असंख लो। असंख ही कहते हैं महाराज नाम ने, उसके नाम ही असंख ने। सब नाम उदे ने, कोई भी नाम उदा नहीं है। उसनूं किसी दायरे विच बंद देना साडे पित विच नहीं है। वो नाम अनेक ने, बेअंत ने, जितने लोग ने उतने नाम ने। असंख दे खेत विच असीं घूमदे हां, तो फिर भी कोई राह नहीं मिल रहा। महाराज सानू दसना चाहते हैं कि उसनूं जानना किवें है और किहड़ी धरती ते खलो के उसनूं देखा जा सकता है। वो मन जिहड़ा गिनती करन दी आदत रखता है, अनेकां ही गिनतियां करता रहे, फिर भी उसनूं नहीं जानता। अनेक अवस्था दे विचों निकलदा रहे, चंगियां या माड़ियां, दोनों विचों नहीं मिलेगा। महाराज दसते असंख नाव असंख थाव, असंख ही उहदे थाव हन, स्थान हन। सानू ज्ञान भी नहीं है, अगम अगम असंख लो, किथे पहुंच भी नहीं सकते असी, जिदे बारे सोच भी नहीं सकते, वो भी उहदी थावां ने। उहदी बेअंतता दा विस्माद तो इलावा कोई होर राह नहीं है। विस्माद का की मतलब है? जो मैं विस्माद में उतरदा हाँ, मेरे गिनती वाला मन गिर गया है।
विस्माद उन्मन की अवस्था है, जदों प्रेम नाल भर गया है मन, एकाग्रता विच आ गया है मन, आनंद विच उतर गया है मन, जुड़ गया है मन। टुटे मन नूं गिणती करन दी आदत है, क्योंकि वो गिणती तो सब कुछ लभदा है। हर चीज दुनिया की गिणती दे अंदर है, माया दे अंदर है, पर रब गिणती च नहीं है। ना उस मन तो उसमें जानिया जा सकता जिहड़ा गिणती दे आदि है। वो लॉजिक कुछ होर है, और बिना एक मन की अवस्था दे चंगा और माड़ा भी उत्थे कोई प्रवान नहीं लगता पिया। ना चंगे करन वाले उसनूं जान पा रहे हैं, ना माड़े करन वाले उसनूं जान पा रहे हैं। उत्थे तक दी पहुंच नहीं है। अनेक जप कर ले, अनेक तप कर ले, अनेक ग्रंथ पढ़ ले, बिना एक अवस्था दे आए गति नहीं है। देखो चंगा करते करते मैं चंगा ही करांगा, पर मैं ते रहेगा, मैं ही चंगा करता हाँ। सगों यह भी स्वभाव है कि जिहड़ा मैं चंगा करता है उहदा हंकार ही वध गया। हुण अगर कोई पॉसिबिलिटी है गुरप्रसाद दी, शायद वो भी खत्म कर दी है। इस भाव नाल देखा जाए तो माड़ा करन वाला शायद जल्दी नीवा चुक जाएगा। उन्होंने अपनी गलती का एहसास है, उन्होंने पता है कि मैं हंकार किहो जी वस्तु है जिहड़ा दुख देंदी है, तां वो हंकार नूं लेके मान नहीं करता। हंकार दे राह विच जो कुछ मिलिया उसनूं जान के भी मान नहीं करता। किवें कर सकता है? तो बाबा बिधि चंद एक धाड़वी आदमी, एक चोर आदमी, ब्रह्म ज्ञान अवस्था दे मालक हो गए। सज्जन ठग एक कातल आदमी ब्रह्म ज्ञान अवस्था दे मालक हो गए। हुण उसनूं की कहांगे, चंगा सी कि माड़ा सी? अखीर अंत किस तरह सी? अंत विच गुरु नानक साहब मिल गए, झुक गया मन, जान गया कि अपनी परेशानी तो निकलण दा एक रस्ता है। इस हंकार नूं त्यागण दी विधि किधरे समझ आ गई दुखां विच। माड़ा करदे करदे इहदा भार सिर ते पै गया। तैयारी सी कि किधरे इसनूं त्याग सकी ते त्याग दईए। मौका मिलिया, अरदास अंतरमन दी साहिब आ गए सामने। होर की चाहिदा? पर नाल उन्हां दे अपना हंकार पहला तोड़ के गया। दर्शन करा गए हैं साडे कर्मां दे। मेरे कर्म की ने सज्जन ठग नूं दर्शन करा दिंदे ने, ताकि हंकार पहले टुटे। मेरा हंकार किवें टुटेगा? कोई रास्ता है महाराज, कोई विधि दसदे ने? यह दरअसल थोड़ा जिहा सोचण और विचारन वाला पक्ष है। सोच नूं दड़ा के तो सोच नहीं गिरती है, सोच नूं त्यागना ही पैंदा है, और हंकार सोच दे अंदर ही है। महाराज सानू 19वीं पौड़ी दे अखीर विच कुछ भेद खोलते है। जेता कीता तेता नाउ, बिन नामे नाही को था। यह संसार नाम ते आधारित है। नाम दी दर्शन और दृष्टि हर जगह, हर जन, हर स्थान सदा लई है। निरंकार दा नाम एक रास्ता है इसनूं तोड़न लई। तां जे असीं जप भी करदे हां तां जप की करदे हां? असीं यही जप करदे हां कि हंकार टुटे, नाम दे दर्शन होण। तां अगर सिर्फ जप कीता और मन विच रंग ना आया तां नाम दे दर्शन नहीं होए।
ਨਾਮ ਨੂੰ ਨਹੀਂ ਜਾਣਿਆ। ਇਹ ਨਹੀਂ ਜਾਣਿਆ ਕਿ ਨਾਮ ਕੀ ਹੈ, ਨਾਮ ਦੀ ਕੀ ਅਵਸਥਾ ਹੈ। ਬਿਨਾਂ ਨਾਮ ਨੂੰ ਜਾਣੇ ਨਾਮ ਦੇ ਦਰਸ਼ਨ ਨਹੀਂ ਹਨ, ਔਰ ਬਿਨਾਂ ਨਾਮ ਦੇ ਗਤੀ ਨਹੀਂ ਹੈ। ਚੰਗਾ ਭਾਵੇਂ ਜਿੰਨਾ ਮਰਜ਼ੀ ਕਰਾਂ ਮੈਂ, ਮੇਰੀ ਗਤੀ ਨਾਮ ਤੋਂ ਹੈ, ਸਿੱਖ ਦੀ ਗਤੀ ਨਾਮ ਤੋਂ ਹੈ। ਨਿਰੰਕਾਰ ਨੂੰ ਜਾਣਨ ਵਾਸਤੇ ਨਾਮ ਇੱਕ ਵਿਧੀ ਹੈ। ਨਾਪਣ ਨਾਲ, ਗਿਣਨ ਨਾਲ ਉਹਦੇ ਦਰਸ਼ਨ ਨਹੀਂ ਹੋ ਸਕਦੇ ਹਨ। ਚੰਗਾ ਕਰਨ ਮੈਂ ਨਿਕਲਾਂਗਾ, ਮਾੜਾ ਨਾਲ ਲੈ ਕੇ ਆਵਾਂਗਾ। ਬਿਨਾਂ ਮਾੜੇ ਨੂੰ ਤਿਆਗੇ ਚੰਗਾ ਨਹੀਂ ਤਿਆਗਿਆ ਜਾ ਸਕਦਾ। ਦੋਨੋਂ ਹੀ ਤਿਆਗਣੇ ਪੈਣਗੇ। ਨਾਮ ਇਸ ਚੰਗੇ ਔਰ ਮਾੜੇ ਤੋਂ ਪਰੇ ਦੀ ਅਵਸਥਾ ਹੈ। ਨਾਮ ਇੱਕ ਆਜ਼ਾਦ ਅਵਸਥਾ ਹੈ, ਜਿੱਥੇ ਪੰਛੀ ਉਡਾਰੀ ਮਾਰਦਾ ਅਸਮਾਨ ਦੀ, ਔਰ ਸਾਰੀ ਦੁਨੀਆ ਨੂੰ ਤਿਆਗ ਦਿੰਦਾ ਹੈ। ਦੇ ਮੁਹਾਰ ਲਗਾਮ ਪਹਿਰਾऊं, सगल तजीन गगन दोहराऊं। अपने विचार असवारी कीजे, सहज के पावड़े पग धर लीजे। साहिब ने सानू नाम दे दर्शन कराए हैं। त्यागी पहले कराई है कि दुनिया विच की है जिसनू जानना है। माड़ा भी इत्थे है, चंगा भी इत्थे है। ਤਾਂ ਇਹਨੂੰ ਦੇਖਦੇ ਹੋਏ ਦਰਸ਼ਨ ਕਿਸ ਚੀਜ਼ ਦੇ ਨੇ, ਕਿਹੜੀ ਮਨ ਦੀ ਅਵਸਥਾ ਹੈ ਜਿਹਦੇ ਵੱਲ ਅਸੀਂ ਜਾਣਾ ਹੈ। ਇੱਕ ਮਨ ਗਿਣਤੀ ਕਰਨਾ ਚਾਹੁੰਦਾ ਹੈ, ਉਹਦੇ ਵਿੱਚ ਰੱਬ ਨੂੰ ਜਾਣਨਾ ਚਾਹੁੰਦਾ ਹੈ। ਪੁੱਛਦਾ ਤਾਂ ਹੈ ਰੱਬ ਕਿੱਥੇ ਹੈ, ਪਰ ਨਾ ਤਾਂ ਉਹ ਅੱਖ ਹੈ, ਨਾ ਕੋਈ ਵਿਧੀ ਹੈ। ਹੰਕਾਰ ਦੇ ਪਦਵੀ ਤੇ ਖੜੇ ਹੋ ਕੇ ਨਾਮ ਦੇ ਦਰਸ਼ਨ ਨਹੀਂ ਹੋ ਸਕਦੇ ਹਨ। ਮਹਾਰਾਜ ਕਹਿੰਦੇ ਨੇ, ਅਸੰਖ ਨਾਮ ਅਸੰਖ ਥਾਵ, ਅਗਮ ਅਗਮ ਅਸੰਖ ਲੋ। ਅਨੇਕਾਂ ਹੀ ਸਥਾਨ ਨੇ, ਅਨੇਕਾਂ ਹੀ ਸ੍ਰਿਸ਼ਟੀਆਂ ਨੇ, ਪਾਤਾਲ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਸ਼ਾਸਤਰਾਂ ਵਿੱਚ ਸ਼ਾਇਦ ਗਿਣਤੀ ਹੈ, 14 ਦੁਨੀਆਂ ਦਸੀਆਂ, ਕੋਈ 7 ਦਸੀਆਂ। ਮਹਾਰਾਜ ਕਹਿੰਦੇ ਨੇ ਅਣਗਿਣਤ ਨੇ, ਅਸੰਖ ਨੇ। ਅਗਮ ਅਗਮ ਅਸੰਖ ਲੋ। ਅਸੰਖ ਕਹੇ ਸਿਰ ਪਾਰ ਹੋਏ। ਮਹਾਰਾਜ ਕਹਿੰਦੇ ਨੇ ਅਸੰਖ ਵੀ ਮੈਂ ਵਰਤ ਰਿਹਾ, ਸਿਰ ਤੇ ਪਾਰ ਲੱਗਦਾ ਹੈ, ਕੁਝ ਗਲਤ ਕਰ ਰਿਹਾ। ਜਿਹੜੀ ਚੀਜ਼ ਦੱਸਣ ਤੋਂ ਪਰੇ ਹੈ ਉਹ ਵੀ ਦੱਸ ਰਹੇ ਹਨ ਕਿ ਉਹ ਗਿਣਤੀਆਂ ਵੀ ਸ਼ਾਇਦ ਨਹੀਂ ਹਨ। ਅਸੰਖ ਕਹੇ ਸਿਰ ਪਾਰ ਹੋਏ। ਫਿਰ ਇੱਕ ਹੋਰ ਨਵੇਂ ਪਹਿਲੂ ਦੇ ਦਰਸ਼ਨ ਸਾਹਿਬ ਕਰਾ ਰਹੇ ਹਨ। ਸਾਨੂੰ ਦੱਸ ਰਹੇ ਹਨ ਕਿ ਇਹ ਨਾਮ ਦੀ ਗੱਲ ਦੁਨੀਆ ਵਿੱਚ ਕਿਵੇਂ ਹੁੰਦੀ ਹੈ, ਇਹਦੀ ਚਰਚਾ ਕਿਵੇਂ ਹੁੰਦੀ ਹੈ, ਇਹਦੇ ਬਾਰੇ ਅਸੀਂ ਇਹਦਾ ਫੈਲਾਓ ਕਿਸ ਤਰ੍ਹਾਂ ਕਰ ਸਕਦੇ ਹਾਂ। ਮਹਾਰਾਜ ਅੱਖਰ ਦੀ ਗੱਲ ਕਰਦੇ ਹਨ। ਕੁਝ ਵਿਦਵਾਨਾਂ ਨੇ ਇਸ ਅੱਖਰ ਸ਼ਬਦ ਨੂੰ ਬਿਨਾਂ ਖਰਨ ਵਾਲਾ ਕਿਹਾ ਹੈ। ਬਿਨਾਂ ਜਿਹੜਾ ਖਰ ਤੋਂ ਪਰੇ ਹੈ। ਕੁਝ ਅੱਖਰ ਸ਼ਬਦ ਵੈਸੇ ਜੱਚਦਾ ਇੱਥੇ ਹੈ, ਅੱਖਰ ਅੱਖਰੀ ਭਾਸ਼ਾ ਦੇ ਨਾਲ ਰਿਲੇਟ ਰੱਖਦਾ ਹੈ, ਮੈਨੂੰ ਇਹ ਲੱਗਦਾ ਹੈ। ਇਸ ਤਰ੍ਹਾਂ ਦੀ ਗੱਲ ਵੀ ਹੈ ਕਿ ਇਹ ਅੱਖਰ ਦੇ ਜ਼ਰੀਏ ਸਾਹਿਬ ਨੇ ਬਾਣੀ ਪ੍ਰਗਟ ਕੀਤੀ ਹੈ। ਅਗਰ ਸ਼ਬਦ ਦੀ ਗੱਲ ਅਸੀਂ ਚਲਾਈਏ ਤਾਂ ਸ਼ਬਦ ਦੀ ਇੱਕ ਡਾਇਮੈਂਸ਼ਨ ਅੱਖਰ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸ਼ਬਦ ਦਰਜ ਨੇ, ਅੱਖਰਾਂ ਜ਼ਰੀਏ ਦਰਜ ਨੇ। ਤਾਂ ਅੱਖਰ ਸ਼ਬਦ ਦੀ ਇੱਕ ਡਾਇਮੈਂਸ਼ਨ ਹੈ। ਅਖਰੀ ਨਾਮ, ਅਖਰੀ ਸਲਾਹ। ਅੱਖਰਾਂ ਦੇ ਜ਼ਰੀਏ ਨਾਮ ਦੀ ਗੱਲ ਦੀ ਚਰਚਾ ਮਹਾਰਾਜ ਕਹਿੰਦੇ ਕਰਨੀ ਹੈ। ਔਰ ਅੱਖਰਾਂ ਦੇ ਜ਼ਰੀਏ ਉਹਨੂੰ ਸਲਾਹਿਆ ਜਾਂਦਾ ਹੈ। ਉਹਦੇ ਗੁਣਾਂ ਦੀ ਗੱਲ ਕੀਤੀ ਜਾ ਸਕਦੀ ਹੈ, ਉਹਦੇ ਬਾਰੇ ਚਰਚਾ ਹੋ ਸਕਦੀ ਹੈ।
ਉਹਦੇ ਬਾਰੇ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹਾਂ, ਉਹਨੂੰ ਜਾਣਨ ਲਈ ਅਸੀਂ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਮਹਾਰਾਜ ਸਾਨੂੰ ਹੁਣ ਮਾੜੇ ਔਰ ਚੰਗੇ ਤੋਂ ਦੂਰ ਲਿਜਾ ਕੇ ਕਿਧਰੇ ਹੋਰ ਦਰਸ਼ਨ ਕਰਾਉਣ ਲੱਗੇ ਹਨ ਨਾਮ ਦੇ। ਔਰ ਨਾਮ ਨੂੰ, ਸ਼ਬਦ ਨੂੰ ਕਿਵੇਂ ਪ੍ਰਗਟ ਕੀਤਾ ਹੈ ਸਾਨੂੰ ਅੱਖਰਾਂ ਦੇ ਰਾਹੀਂ। ਅੱਖਰਾਂ ਦੇ ਰਾਹੀਂ ਅਸੀਂ ਜਾਣਿਆ ਹੈ ਕਿ ਨਾਮ ਕਿੱਥੇ ਹੈ, ਨਾਮ ਕੀ ਹੈ। ਮਹਾਰਾਜ ਦੱਸਦੇ ਨੇ ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ, ਗੀਤ, ਗੁਣਗਾਹ। ਇਹਨਾਂ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਇਹ ਵੀ ਅੱਖਰਾਂ ਦੇ ਜ਼ਰੀਏ ਹੈ। ਉਸੇ ਜ਼ਰੀਏ ਅਸੀਂ ਗਿਆਨ ਪ੍ਰਾਪਤ ਕਰ ਲੈਂਦੇ ਹਾਂ, ਇਸੇ ਜ਼ਰੀਏ ਅਸੀਂ ਗੀਤ ਜਾਣਦੇ ਹਾਂ। ਜੇ ਅਸੀਂ ਇਹ ਗੁਰੂ ਨਾਨਕ ਸਾਹਿਬ ਦੀ ਕੰਪੋਜੀਸ਼ਨ ਨੂੰ ਪੋਇਟਰੀ ਵਰਗਾ ਦਰਜਾ ਦੇ ਕੇ ਨਾਲ ਰੱਖੀਏ ਕਿ ਸਾਹਿਬ ਨੇ ਗਿਆਨ ਨੂੰ ਗੀਤ ਦੀ ਤਰ੍ਹਾਂ ਸਾਨੂੰ ਪ੍ਰਗਟ ਕੀਤਾ ਹੈ। ਇਹ ਜਿਹੜਾ ਗੀਤ ਹੈ ਇਹ ਸਾਹਿਬ ਦੇ ਜੀਵਨ ਦਾ ਹਿੱਸਾ ਹੈ। ਸਾਨੂੰ ਉਹਨਾਂ ਨੇ ਅੱਖਰਾਂ ਜ਼ਰੀਏ ਦਰਸ਼ਨ ਕਰਾਏ ਹਨ। ਥੋੜਾ ਧਿਆਨ ਕਰੀਏ। ਇੱਕ ਪੋਥੀ ਲੈ ਕੇ ਗੁਰੂ ਚੱਲਦਾ ਹੈ, ਦਰਜ ਕਰਦਾ ਰਹਿੰਦਾ ਹੈ, ਕਿਉਂਕਿ ਜਦੋਂ ਸ਼ਬਦ ਦੇ ਦਰਸ਼ਨ ਹੋਏ ਹਨ ਉਸ ਵੇਲੇ ਗੁਰੂ ਆਪ ਨਹੀਂ ਹੈ, ਉਹਨੂੰ ਧਿਆਨ ਹੀ ਨਹੀਂ ਕੀ ਗਾਇਆ ਗਿਆ, ਕੀ ਪ੍ਰਗਟ ਹੋਇਆ। ਉਸੇ ਵੇਲੇ ਥੋੜਾ ਧਿਆਨ ਰਹਿੰਦਾ ਹੈ। ਐਕਸਪੀਰੀਅੰਸ ਬਹੁਤ ਜ਼ਿਆਦਾ ਹੈ। ਤਾਂ ਸਾਹਿਬ ਅੱਖਰਾਂ ਦੇ ਜ਼ਰੀਏ ਉਸ ਨੂੰ ਦਰਜ ਕਰਦੇ ਨੇ। ਸ਼ਾਮ ਨੂੰ ਦਰਜ ਕਰਦੇ ਹੋਣਗੇ, ਕਿਸ ਤਰ੍ਹਾਂ ਨੋਟ ਕਰਦੇ ਹੋਣਗੇ ਆਪਣੀ ਪੋਥੀ ਦੇ ਵਿੱਚ, ਕਿਉਂਕਿ ਹਿਸਟੋਰੀਅਨ ਕਹਿੰਦੇ ਹੈ ਗੁਰੂ ਸਾਹਿਬ ਕੋਲ ਪੋਥੀ ਹੁੰਦੀ ਸੀ, ਪੋਥੀ ਨਾਲ ਰੱਖਦੇ ਨੇ। ਦੇਖੋ ਅਖਰੀ ਗਿਆਨ, ਗੀਤ, ਗੁਣਗਾਹ। ਸਭ ਤੋਂ ਉੱਤਮ ਗੁਣ ਉਹਦਾ ਕੀ ਹੈ? ਨਾਮ ਹੈ, ਜਿਹਦੇ ਉਹਨਾਂ ਨੇ ਦਰਸ਼ਨ ਪਹਿਲੇ ਹੀ ਕਰਾ ਦਿੱਤੇ ਹਨ ਕਿ ਨਾਮ ਸਾਡੇ ਕੋਲ ਅੱਖਰ ਦੇ ਜ਼ਰੀਏ ਆ ਰਿਹਾ ਹੈ। ਜਿਹੜਾ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਉਸ ਨੂੰ ਨਾਮ ਕਿਹਾ ਹੈ, ਸ਼ਬਦ ਕਿਹਾ ਹੈ, ਬਾਣੀ ਕਿਹਾ ਹੈ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ। ਨਿਰੰਕਾਰ ਦੀ ਗੱਲ ਨਾਪੀ ਨਹੀਂ ਜਾ ਸਕਦੀ, ਪਰ ਅੱਖਰਾਂ ਵਿੱਚ ਦਰਜ ਕਰ ਦਿੱਤੀ ਹੈ। ਉਹਦੀ ਕੁਆਲਿਟੀਜ਼ ਕੀ ਨੇ, ਉਸ ਨੂੰ ਜਾਣਨ ਵਾਸਤੇ ਕੀ ਕਰਨਾ ਹੈ, ਕਿਹੜੇ ਦਰਸ਼ਨ ਨੇ ਉਹਦੇ। ਮਹਾਰਾਜ ਨੇ ਸਾਨੂੰ ਨਾਮ ਵੱਲ ਹੁਣ ਤੋਰਿਆ ਹੈ। ਕੇਵਲ ਇੱਕ ਪੰਕਤੀ ਇਸ ਪੂਰੇ ਬੰਦ ਦੀ ਅਸੰਖ ਦੇ ਵਿੱਚ ਦਰਸ਼ਨ ਰੂਪੀ ਦਿੱਤੀ ਹੈ ਉੱਪਰ ਜੋੜਨ ਲਈ, ਪਿਛਲੀ ਦੋ ਪੌੜੀਆਂ ਨਾਲ। ਅਖੀਰਲਾ ਬੰਦ ਸਾਰਿਆਂ ਦਾ ਇੱਕੋ ਹੀ ਹੈ ਸਿਵਾਏ ਪਿਛਲੀ ਪੌੜੀ ਦਾ, ਜਦੋਂ ਗੁਰੂ ਸਾਹਿਬ ਕਹਿੰਦੇ ਹੈ ਨਾਨਕ ਨੀਚ ਕਹੇ ਵਿਚਾਰ। ਮਹਾਰਾਜ ਆਪਣੇ ਤੇ ਭਾਰ ਨਹੀਂ ਕੁਝ ਲੈਣਾ ਚਾਹੁੰਦੇ, ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ ਚਾਹੁੰਦੇ। ਮਾੜੇ ਹਨ, ਚੰਗੇ ਹਨ, ਇਹ ਵੀ ਨਹੀਂ ਕਹਿਣਾ ਚਾਹੁੰਦੇ। ਹਾਂ, ਦੱਸ ਰਹੇ ਹਨ ਕਿ ਇਹ ਅਵਸਥਾ ਦੁਨੀਆ ਵਿੱਚ ਹਨ, ਪਰ ਉਹਦੇ ਕਰਕੇ ਸਾਹਿਬ ਨਹੀਂ ਕਹਿ ਰਹੇ ਹਨ ਕਿ ਮੈਂ ਜੱਜ ਨਹੀਂ ਕਰਦਾ ਉਹਨਾਂ ਨੂੰ ਕਿ ਉਹ ਕਿਹੋ ਜਿਹੇ ਲੋਕ ਨੇ ਜਾਂ ਕਿਹੋ ਜਿਹੇ ਨਹੀਂ ਨੇ। ਪ੍ਰੇਮ ਜਦੋਂ ਆਧਾਰ ਜੀਵਨ ਦਾ ਬਣਦਾ ਹੈ ਤਾਂ ਜੀਵਨ ਕੁਝ ਹੋਰ ਤਰ੍ਹਾਂ ਚੱਲਦਾ ਹੈ। ਪ੍ਰੇਮ ਕਿਸ ਨਾਲ? ਜਦੋਂ ਅੰਤਰ ਮਨ ਵਿੱਚ ਪ੍ਰੇਮ ਵਿਆਪਕ ਹੁੰਦਾ ਹੈ ਤਾਂ ਬਾਅਦ ਫਿਰ ਪ੍ਰੇਮ ਹੀ ਦਰਸ਼ਨ ਚੱਲਦੇ ਹਨ। ਫਿਰ ਮਾੜਾ ਚੰਗਾ ਨਹੀਂ ਦੇਖਦਾ ਹੈ ਇਨਸਾਨ, ਪ੍ਰੇਮ ਨਾਲ ਹੀ ਹਰ ਇੱਕ ਨੂੰ ਦੇਖਦਾ ਹੈ। ਪ੍ਰੇਮ ਬੜੀ ਅਚਰਜ ਗੱਲ ਹੈ। ਮੈਂ ਉਸ ਦਿਨ ਜੂਡੋ ਕ੍ਰਿਸ਼ਨਾ ਮੂਰਤੀ ਨੂੰ ਸੁਣਦਾ ਸੀ, ਡੈਥ ਦੇ ਬਾਰੇ ਗੱਲ ਕਰਦਾ ਸੀ, ਮੌਤ ਬਾਰੇ। ਤਾਂ ਟੁਰਦੇ ਟੁਰਦੇ ਉਹਦੇ ਵਿੱਚ ਇੱਕ ਗੱਲ ਕਹਿ ਗਿਆ ਕਿ ਲਵ ਨੋਜ਼ ਨੋ ਡੈਥ। ਪ੍ਰੇਮ, ਨਾਮ, ਆਨੰਦ, ਸ਼ਬਦ ਦੀ ਵਰਖਾ, ਅਨਹਦ ਨਾਦ,
ਗੁਰੂ ਸਾਹਿਬ ਤਾਂ ਸਾਨੂੰ ਅਸੀਸ ਵਿੱਚ ਬਖਸ਼ ਰਹੇ ਹਨ, ਮੈਨੂੰ ਵੀ ਤਾਂ ਤੁਹਾਨੂੰ ਵੀ। ਸਾਡੇ ਸਾਰਿਆਂ ਦੀ ਪੂੰਜੀ ਕੀ ਹੈ? ਇਹੀ ਹੈ। ਸਾਨੂੰ ਕਮਾਣਾ ਕੀ ਹੈ? ਐਸੇ ਨੂੰ ਕਮਾਣਾ ਹੈ। ਤਾਂ ਜਦੋਂ ਪ੍ਰੇਮ ਦੇ ਦਰਸ਼ਨ ਹੋਣਗੇ, ਸਭ ਨੂੰ ਪ੍ਰੇਮ ਨਾਲ ਹੀ ਮਿਲਾਂਗੇ ਨਾ। ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੰਗ ਲੜਦੇ ਹਨ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ। ਤਾਂ ਫਿਰ ਤੀਰਾਂ ਦੇ ਅੱਗੇ ਸੋਨਾ ਲਗਾ ਕੇ ਰਹਿਮ ਪ੍ਰੇਮ ਪਹਿਲੇ ਪਹੁੰਚਦਾ ਹੈ। ਕੋਈ ਚਾਰਾ ਨਹੀਂ ਹੈ, ਇਸ ਕਰਕੇ ਜੰਗ ਲੜਨੀ ਪੈ ਰਹੀ ਹੈ। ਪਰ ਹਿਰਦੇ ਬੜਾ ਕੋਮਲ ਹੈ, ਹਿਰਦੇ ਪ੍ਰੇਮ ਨਾਲ ਭਰਿਆ ਹੈ। ਵੈਸੇ ਵੀ ਬਹੁਤ ਛੋਟੀ ਉਮਰ ਚ ਦਰਦ ਝੇਲੇ ਹਨ। ਆਪਣੇ ਪਿਤਾ ਦਾ ਸੀਸ ਕੌਣ ਲੈ ਸਕਦਾ? ਇੰਨਾ ਵੱਡਾ ਜਿਗਰਾ ਕੋਈ ਹੋਰ ਹੀ ਤਰ੍ਹਾਂ ਦੇ ਇੱਥੇ ਦਰਸ਼ਨ ਨੇ ਨਿਹਾਲ ਕਰਦੇ ਇਨਸਾਨ ਨੂੰ ਕਿਵੇਂ ਜਾਣ ਲਈਏ। ਕੋਈ ਕਿਰਪਾ ਆਪਣੀ ਕਰਨ ਤਾਂ ਹੀ ਪਛਾਣ ਸਕਦਾ ਹੈ, ਨਹੀਂ ਤੇ ਕੌਣ ਜਾਣ ਸਕਦਾ। ਗੁਰੂ ਦੇ ਦਰਸ਼ਨ ਵੀ ਗੁਰੂ ਦੀ ਕਿਰਪਾ ਨਾਲ ਰਹੇ ਕਿ ਉਹ ਡਾਮਾਡੋਲ ਨਾ ਕਰੇ ਮਨ ਨੂੰ ਕਿਸੇ ਦੇ, ਤਾਂ ਹੀ ਕੋਈ ਦਰਸ਼ਨ ਚੱਲ ਪਾਏ। ਸ਼ਾਇਦ ਸਾਹਿਬ ਨੇ ਜਦੋਂ ਸਾਡੇ ਨਾਲ ਹੁਣ ਇਹ ਗੱਲ ਕੀਤੀ ਹੈ, ਨਾਮ ਨਾਲ ਸਾਨੂੰ ਜੋੜਦੇ ਨੇ। ਅਖਰੀ ਨਾਮ, ਅਖਰੀ ਸਾਲਾ, ਅੱਖਰ ਵੱਲ ਸਾਨੂੰ ਇਸ਼ਾਰਾ ਕਰਦੇ ਹਨ ਕਿ ਇਹਨੂੰ ਸੰਭਾਲਣਾ ਹੈ। ਇਹਦੇ ਜ਼ਰੀਏ ਅਸੀਂ ਬਾਣੀ ਦੀ ਗੱਲ ਚਲਾਵਾਂਗੇ, ਇਹਦੇ ਜ਼ਰੀਏ ਸ਼ਬਦ ਦੀ ਵਿਚਾਰ ਚੱਲੇਗੀ, ਇਹਦੇ ਜ਼ਰੀਏ ਨਾਮ ਦੀ ਗੱਲ ਚੱਲੇਗੀ। ਇਸ ਕਰਕੇ ਅੱਖਰਾਂ ਨੂੰ ਨਾਲ ਲੈ ਕੇ ਚੱਲਣਾ ਹੈ। ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ। ਬਾਣੀ ਵੀ ਲਿਖਣੀ ਔਰ ਬੋਲਣੀ ਅੱਖਰਾਂ ਦੇ ਜ਼ਰੀਏ ਹੈ। ਤਾਂ ਇੱਥੇ ਜਦੋਂ ਅਸੀਂ ਅੱਖਰਾਂ ਦੇ ਜ਼ਰੀਏ ਬਾਣੀ ਬੋਲਦੇ ਹਾਂ, ਸੁਣਦੇ ਹਾਂ, ਤਾਂ ਮਨ ਗਿਰ ਜਾਂਦਾ ਹੈ, ਮਨ ਨਾਮ ਵਿੱਚ ਲੀਨ ਹੋ ਜਾਂਦਾ ਹੈ। ਤੇ ਨਾਮ ਨੂੰ ਜਾਣਨ ਵਾਸਤੇ ਸਾਨੂੰ ਅੱਖਰ ਨਾਲ ਦਿੱਤੇ ਨੇ। ਅੱਖਰਾਂ ਨੂੰ ਸੰਭਾਲਣ ਲਈ ਕਿਹਾ ਹੈ, ਇਹ ਬਾਣੀ ਨੂੰ ਸੰਭਾਲਣ ਲਈ ਕਿਹਾ ਹੈ। ਅੱਖਰੀ ਲਿਖਣ ਬੋਲਣ ਬਾਣ। ਲਿਖਾਂਗੇ, ਬੋਲਾਂਗੇ, ਬਾਣੀ ਦੀ ਗੱਲ ਚੱਲੇਗੀ ਅੱਖਰਾਂ ਜ਼ਰੀਏ। ਅੱਖਰਾਂ ਸਿਰ ਸੰਜੋਗ ਵਖਾਣ। ਤਾਂ ਸੰਜੋਗ ਦੀ ਗੱਲ ਵੀ ਇਹਦੇ ਨਾਲ ਚੱਲੇਗੀ, ਮਿਲਣ ਦੀ ਗੱਲ ਵੀ ਇਹਦੇ ਨਾਲ ਚੱਲੇਗੀ। ਸੰਜੋਗ ਮਿਲਣ ਦੀ ਗੱਲ, ਰੱਬ ਨੂੰ ਮਿਲਣਾ ਹੈ, ਅੱਖਰਾਂ ਜ਼ਰੀਏ ਚੱਲਾਂਗੇ, ਅੱਖਰਾਂ ਨੂੰ ਵਿਚਾਰਾਂਗੇ, ਅੱਖਰਾਂ ਨੂੰ ਮਨ ਵਿੱਚ ਵਸਾਵਾਂਗੇ। ਜਾਪ ਤਾਂ ਅਸੀਂ ਅੱਖਰ ਦਾ ਕਰਦੇ ਹਾਂ, ਪਰ ਨਾਮ ਵਿੱਚ ਪਹੁੰਚ ਜਾਂਦੇ ਹਾਂ ਜਦੋਂ ਉਹਦੀ ਸਟਰਕਚਰਲ ਬੋਡੀ ਤੋਂ ਬਿਯੋਂਡ ਚਲੇ ਜਾਂਦੇ ਹਾਂ। ਅੱਖਰਾਂ ਸਿਰ ਸੰਜੋਗ ਵਖਾਣ। ਉਹਨਾਂ ਦੇ ਸਿਰ ਤੇ ਸੰਜੋਗ ਹੈ, ਮਿਲਣ ਹੈ, ਉਹਦੀ ਗੱਲ ਚੱਲਦੀ ਹੈ। ਵਖਾਣ ਜਿਨ ਇਹ ਲਿਖੇ ਤੇ ਸਿਰ ਨਾ ਹੈ। ਮਹਾਰਾਜ ਨੇ ਸਾਨੂੰ ਪਹਿਲੇ ਵੀ ਬਾਣੀ ਬਾਰੇ ਕਿਹਾ, ਜਿਵੇਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲੋ। ਜਿਸਨੇ ਇਹ ਲਿਖੇ ਅੱਖਰ, ਇਹ ਉਹਦੇ ਹੁਕਮ ਨਾਲ ਲਿਖੇ ਜਾ ਰਹੇ ਹਨ। ਇਹ ਕਾਗਰ ਮਨ ਦੀ ਅਵਸਥਾ ਵਿੱਚ ਜਿਵੇਂ ਕੋਈ ਰਿਸੀਵ ਕਰ ਲੈਂਦਾ ਹੋਏ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੀ ਕਥਾ ਪੜ੍ਹਦਾ ਸੀ। ਉਸ ਵੇਲੇ ਮਹਾਰਾਜ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਸਿੱਖਾਂ ਵਾਸਤੇ। ਸਭ ਸਿੱਖ ਨਿਹਾਲ ਹੋਏ। ਅਖੀਰ ਮਹਾਰਾਜ ਨੇ ਅਰਦਾਸ ਕੀਤੀ, ਮਹਾਰਾਜ ਮੈਨੂੰ ਗਲਤ ਹੋਈ ਹੋਏ ਤੇ ਬਖਸ਼ਣਾ। ਤਾਂ ਸਿੱਖਾਂ ਕਹਿਣ ਲੱਗੇ ਕਿ ਭਾਈ ਮਹਾਰਾਜ ਆਪ ਗੁਰੂ ਹੋ, ਆਪ ਐਵੇਂ ਕਿਉਂ ਕਹਿ ਰਹੇ ਹੋ? ਹਾਂ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ,
ਇਹ ਜਪਜੀ ਦੇ ਅਰਥ ਸਿਰਫ ਗੁਰੂ ਨਾਨਕ ਸਾਹਿਬ ਹੀ ਜਾਣਦੇ ਨੇ ਅਸਲ ਕੀ ਨੇ। ਜਦ ਗੁਰੂ ਹੈ ਕਹਿ ਰਿਹਾ ਹੈ ਤਾਂ ਸਾਡੀ ਤੁਹਾਡੀ ਕੀ ਗੱਲ ਹੈ। ਪਰ ਇੱਕ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੁਝ ਕੁੰਜੀਆਂ ਦੇ ਦਿੱਤੀਆਂ ਹਨ, ਇਸ ਬਾਣੀ ਦੇ ਜ਼ਰੀਏ ਕੁਝ ਰਸਤੇ ਦੇ ਦਿੱਤੇ ਹਨ। ਭਾਖਿਆ ਪਾਓ ਅਪਾਰ, ਹੁਕਮ ਦਿੱਤਾ ਹੈ, ਨਾਮ ਦਿੱਤਾ ਹੈ, ਨਾਲ ਸਾਨੂੰ ਦੱਸਦੇ ਹਨ ਕਿ ਧਰਮ, ਦਇਆ ਔਰ ਸੰਤੋਖ ਗਾਵੀਏ ਸੁਣੀਏ ਮਨ ਰੱਖੀਏ ਪਾਓ, ਭਾਵਨਾ ਦੱਸ ਦਿੱਤੀ ਹੈ ਸਾਨੂੰ। ਗੁਰੂ ਦਾ ਇੱਕ ਹੀ ਇਸ਼ਾਰਾ ਜੀਵਨ ਨੂੰ ਪਲਟਣ ਲਈ ਬਥੇਰਾ ਹੁੰਦਾ ਹੈ। ਸਿੱਖ ਕਮਾਉਣ ਲਈ ਤਿਆਰ ਹੋਏ, ਸਿੱਖ ਤਿਆਰੀ ਚ ਹੋਏ, ਭੁੱਖਾ ਹੋਏ, ਉਸ ਦਾ ਮੁੱਲ ਜਾਣਦਾ ਹੋਏ ਜਿਹੜੀ ਗੱਲ ਹੋ ਰਹੀ ਹੈ, ਨਾਮ ਦੀ ਗੱਲ, ਨਿਰੰਕਾਰ ਨੂੰ ਜਾਣਨ ਦੀ ਗੱਲ। ਇਸ ਦੁਨੀਆ ਦਾ, ਸਾਰੀ ਦੁਨੀਆ ਦਾ ਜੋ ਨਿਚੋੜ ਹੈ, ਸਾਹਿਬ ਉਸ ਨੂੰ ਸਾਡੇ ਅੱਗੇ ਰੱਖ ਰਹੇ ਹਨ। ਅਸੀਂ ਉਸ ਨੂੰ ਕਿਸ ਤਰ੍ਹਾਂ ਗ੍ਰਹਿਣ ਕਰਦੇ ਹਾਂ, ਕਿਵੇਂ ਅਪਣਾਉਂਦੇ ਹਾਂ, ਕਿਵੇਂ ਕਮਾਉਂਦੇ ਹਾਂ, ਉੱਥੋਂ ਹੀ ਜੀਵਨ ਸਮਝ ਆਏਗਾ ਜਾਂ ਨਹੀਂ ਸਮਝ ਆਏਗਾ। ਬਹੁਤ ਕੁਝ ਸਾਡੇ ਐਟੀਟਿਊਡ ਤੇ ਡਿਪੈਂਡ ਕਰਦਾ ਹੈ, ਕਿਵੇਂ ਅਸੀਂ ਇਹਨੂੰ ਅਪਰੋਚ ਕਰਦੇ ਹਾਂ। ਤਾਂ ਇਸ ਤਰ੍ਹਾਂ ਦੇਖਿਆ ਜਾਏ ਤਾਂ ਇਹ ਨਾਮ ਦੀ ਗੱਲ ਮਨ ਨਾਲ ਅਸੀਂ ਕਮਾਣੀ ਹੈ, ਉਹਦੀ ਕਿਰਪਾ ਨਾਲ। ਪਰ ਜੇ ਉਹਦੀ ਬਾਣੀ ਦੇ ਦਰਸ਼ਨ ਅਸੀਂ ਕਰਦੇ ਚਲਾਂਗੇ, ਵਿਚਾਰਦੇ ਜਾਵਾਂਗੇ, ਤਾਂ ਚਲਦੇ ਚਲਦੇ ਗੁਰੂ ਦੇ ਦਰਸ਼ਨ ਅੰਤਰ ਵਿੱਚ ਬੈਠਦੇ ਜਾਣਗੇ। ਇਹ ਬਾਣੀ ਨਾਲ ਮਨ ਇੱਕ ਕਰ ਲੈਣਾ, ਗੁਰੂ ਨਾਨਕ ਨੂੰ ਆਪਣੇ ਮਨ 'ਚ ਬਿਠਾ ਲੈਣਾ, ਇੱਕੋ ਹੀ ਗੱਲ ਹੈ। ਸਾਹਿਬ ਦੇ ਦਰਸ਼ਨ ਅੰਤਰ ਵਿੱਚ ਉਤਰ ਸਕਦੇ ਹਨ। ਇਉਂ ਇਸ ਨੂੰ ਲੈ ਕੇ ਚੱਲੀਏ, ਇਸ ਭਾਵ ਨਾਲ ਲੈ ਕੇ ਬਾਣੀ ਵਿੱਚ ਉਤਰੀਏ ਕਿ ਗੁਰੂ ਨਾਨਕ ਸਾਹਿਬ ਨੂੰ ਸਾਡੇ ਜੀਵਨ ਵਿੱਚ ਉਤਾਰ ਸਕਦੀ ਹੈ, ਮਹਾਰਾਜ ਨੂੰ ਸਾਡੇ ਅੰਤਰ ਵਿੱਚ ਜੋੜ ਸਕਦੀ ਹੈ। ਜਿਵੇਂ ਕੋਈ ਗੁਰੂ ਨਾਲ ਅਸੀਂ ਰਸਤਾ ਬਣਾ ਲਿਆ ਹੋਵੇ, ਜਿਵੇਂ ਗੁਰੂ ਨੂੰ ਜੀਵਨ ਵਿੱਚ ਮਿਲਣ ਲਈ ਕੋਈ ਡਾਇਲੌਗ ਸ਼ੁਰੂ ਕਰ ਦਿੱਤਾ ਹੋਏ। ਇਹ ਦਰਸ਼ਨ ਉਸ ਦੀ ਕਿਰਪਾ ਨਾਲ ਹਨ। ਇਹ ਅੱਖਰ ਗੁਰੂ ਸਾਹਿਬ ਦੇ ਆਪਣੇ ਲਿਖੇ ਹਨ, ਉਹਨਾਂ ਦੀ ਆਪਣੀ ਰੈਵੋਲੂਸ਼ਨ ਹੈ, ਉਹਨਾਂ ਨੇ ਆਪ ਕੰਪਾਈਲ ਕਰਕੇ ਦਰਜ ਕੀਤੇ ਹਨ। ਇਸ ਕਰਕੇ ਇਹਨਾਂ ਦਾ ਮੁੱਲ ਬਹੁਤ ਹੈ। ਗੁਰਬਾਣੀ ਦਾ ਵੈਸੇ ਮੁੱਲ ਸਾਰਾ ਹੀ ਬਹੁਤ ਹੈ, ਪਰ ਜਪਜੀ ਸਾਹਿਬ ਇੱਕ PhD ਦੀ ਤਰ੍ਹਾਂ ਹੈ। ਮਨ ਦੀ ਉਹਨਾਂ ਅਵਸਥਾਵਾਂ ਦਾ ਭੇਦ ਖੋਲ੍ਹਦੀ ਹੈ ਜਿਹੜੀ ਬਹੁਤ ਗਹਿਨ ਹੈ। ਇਸ ਕਰਕੇ ਅਗਰ ਜਪਜੀ ਸਾਹਿਬ ਦੇ ਵਚਨ ਦਰਸ਼ਨ ਕਈ ਵਾਰ ਜੀਵਨ ਵਿੱਚ ਕਰੀਏ, ਉਹ ਵੀ ਘੱਟ ਨੇ। ਵੈਸੇ ਅਸੀਂ ਰੋਜ਼ ਪੜ੍ਹ ਲੈਂਦੇ ਹਾਂ, 10 ਮਿੰਟ ਵਿੱਚ, 12 ਮਿੰਟ ਵਿੱਚ ਜਪਜੀ ਪੜ੍ਹੀ ਜਾਂਦੀ ਹੈ। ਸਾਰੇ ਜੀਵਨ ਦਾ ਨਿਚੋੜ ਹੈ, ਸਾਰੇ ਮਨ ਦੇ ਦੁੱਖਾਂ ਦਾ ਰੋਗ ਦਾ ਹੱਲ, ਸਾਰੀ ਕਨਫਿਊਜ਼ਨਸ ਦਾ ਰਸਤਾ ਖਤਮ ਕਰਨ ਦਾ ਰਸਤਾ, ਡਰ ਨੂੰ ਜੀਵਨ ਤੋਂ ਹਟਾਉਣ ਦੀ ਵਿਧੀ ਕਮਾਇਆ ਜਾਏ ਤੇ ਜਪਜੀ ਸਾਹਿਬ ਵਿੱਚ ਸਭ ਦਰਸ਼ਨ ਨੇ। ਪਰ 10 ਮਿੰਟ ਵਿੱਚ ਟ੍ਰੇਨ ਵਾਂਗ ਨਿਕਲ ਕੇ ਕਮਾਵਾਂਗੇ ਤੇ ਸ਼ਾਇਦ ਨਹੀਂ ਕਮਾ ਪਾਵਾਂਗੇ। हाँ, मन लीन हो जाए और जब जी उंगलियां में ही आके बस जे नाल नाल चलती होए, फिर कुछ और गल बनती है। जाप सो जपा जपे बाणी नाल अगर इतना एक निकता हो जाए कि बाणी कदे दूर ही ना रहे, किसी नूं शायद यह किरपा होंदी होए। इस पौड़ी विच महाराज सानू अखरां दी गल नाल चला रहे हैं।
ਜਿਨ ਇਹ ਲਿਖੇ ਤਿਸ ਸਿਰ ਨਾਏ, ਜਿਵ ਫਰਮਾਏ ਤਿਵ ਤਿਵ ਪਾਏ। ਜਿਵੇਂ ਉਹਦਾ ਹੁਕਮ ਫਰਮਾਨ ਹੁੰਦਾ ਹੈ, ਇਵੇਂ ਹੀ ਅੱਖਰ ਦਰਜ ਹੁੰਦੇ ਜਾ ਰਹੇ ਹਨ। ਇਹਨਾਂ ਅੱਖਰਾਂ ਨੂੰ ਅਸੀਂ ਫਿਰ ਲਾਈਟਲੀ ਨਹੀਂ ਲੈਣਾ ਹੈ। ਫਿਰ ਇੱਕ ਹੋਰ ਗੱਲ ਹੈ, ਕਈ ਵਾਰ ਅਸੀਂ ਚੀਜ਼ ਨੂੰ ਡਿਬੇਟ ਕਰਦੇ ਹਾਂ, ਉਸ ਤੇ ਬਹਿਸ ਕਰਦੇ ਹਾਂ। ਇਹਦਾ ਮਤਲਬ ਅਸੀਂ ਉਹਨਾਂ ਨੂੰ ਅਪਣਾਉਣ ਲਈ ਇਤਨੀ ਤਿਆਰੀ 'ਚ ਨਹੀਂ ਹਾਂ, ਸਾਨੂੰ ਡਾਊਟ ਹੈ। ਕੁਝ ਹਜ਼ੂਰ ਦੀ ਗੱਲ ਵਿੱਚ ਸਾਨੂੰ ਇਹ ਸਮਝਣਾ ਨਾਲ ਨਾਲ ਪੈਂਦਾ ਹੈ ਕਿ ਇੱਥੇ ਇਹ ਪਰਫੈਕਸ਼ਨ ਦੀ ਗੱਲ ਚੱਲਦੀ ਪਈ ਹੈ। ਸਾਹਿਬ ਸਾਨੂੰ ਅੰਤਰ ਗਿਆਨ ਦੀ, ਅੰਤਰਮਨ ਦੀ ਅਵਸਥਾ ਦੀ ਗੱਲ ਚਲਾ ਰਹੇ ਹਨ, ਜਿਹੜੇ ਮਨ ਦੇ ਗਹਿਨ ਤਹਿਆਂ ਵਿੱਚ ਹਾਜ਼ਰ ਹੈ। ਇਸ ਰੂਪ ਨਾਲ ਅਗਰ ਦੇਖਿਆ ਜਾਏ ਤੇ ਗੁਰੂ ਸਾਡੇ ਬਾਰੇ ਜ਼ਿਆਦਾ ਜਾਣਦਾ ਸਾਨੂੰ ਆਪਣੇ ਬਾਰੇ। ਇੱਕ ਸਪਿਰਿਟ ਦੀ ਗੱਲ ਚਲਾ ਰਹੇ ਹਨ ਮਹਾਰਾਜ। ਅਗਰ ਸਪਿਰਿਟ ਨੂੰ, ਆਤਮਾ ਨੂੰ ਰੱਬ ਮੰਨ ਕੇ ਚੱਲੀਏ ਤਾਂ ਇੱਕ ਸਪਿਰਿਚੁਅਲ ਜਰਨੀ ਹੈ। ਉਹ ਗਿਣਤੀ ਵਿੱਚ ਨਹੀਂ ਕਾਬੂ ਆ ਸਕਦੀ, ਇਹ ਗਿਣਤੀ ਤੋਂ ਪਰੇ ਹੈ। ਕਿਵੇਂ ਨਾਪਾਂਗੇ ਅਧਿਆਤਮ ਨੂੰ, ਕਿਵੇਂ ਨਾਪਾਂਗੇ? ਇਹ ਜਰਨੀ ਆਫ ਸਪਿਰਿਟ ਹੈ। ਇੱਥੇ ਸਪਿਰਿਟ ਨੂੰ ਕਿਵੇਂ ਨਾਪਾਂਗੇ? ਅਗਮ ਅਗਮ ਅਸੰਖ ਲੋ, ਉਹ ਤਾਂ ਕਿੱਥੇ ਹੈ, ਕਿੱਥੇ ਉਹਦਾ ਵਾਸਨਾ ਹੈ, ਕੀ ਉਹਦਾ ਰੂਪ ਹੈ, ਉਹਨੂੰ ਗਿਣਤੀ ਵਿੱਚ ਨਹੀਂ ਲਿਆ ਸਕਦੇ, ਪਰ ਉਹਨੂੰ ਜਾਣ ਸਕਦੇ ਹਾਂ ਨਾਮ ਜ਼ਰੀਏ। ਜਦੋਂ ਨਾਮ ਵਿੱਚ ਲੀਨ ਹੋਵਾਂਗੇ ਤਾਂ ਅਸੀਂ ਜੁੜ ਜਾਵਾਂਗੇ ਉਸ ਅਵਸਥਾ ਨਾਲ। ਬਿਨ ਨਾਮੇ ਨਾਹੀ ਕੋ ਥਾਉ। ਤਾਂ ਜਿਹੜੀ ਅਗਮ ਵੀ ਜਗ੍ਹਾ ਹੈ, ਜਿਹੜੀ ਜਿੱਥੇ ਮੈਂ ਜਾ ਨਹੀਂ ਸਕਦਾ, ਜਿਹੜੀ ਮੇਰੀ ਇਮੈਜੀਨੇਸ਼ਨ ਤੋਂ ਬਿਯੋਂਡ ਹੈ, ਨਾਮ ਨਾਲ ਅਸੀਂ ਸਭ ਨਾਲ ਜੁੜ ਜਾਂਦੇ ਹਾਂ। ਚੰਗੇ ਨਾਲ ਵੀ ਜੁੜ ਜਾਂਦੇ ਹਾਂ, ਮਾੜੇ ਨਾਲ ਵੀ ਜੁੜ ਜਾਂਦੇ ਹਾਂ, ਸਭ ਤੋਂ ਉੱਤਮ ਵਿਸਮਾਦ ਨਾਲ ਜੁੜ ਜਾਂਦੇ ਹਾਂ। ਚੰਗਾ ਮਾੜਾ ਤੇ ਸਾਰੇ ਮਨਾਂ ਦਾ ਪਹਿਲੂ ਹੈ। ਮੇਰੇ ਮਨ ਵਿੱਚ ਚੰਗਾ ਔਰ ਮਾੜਾ ਚੱਲਦਾ ਹੀ ਰਹਿੰਦਾ ਹੈ, ਪਰ ਵਿਸਮਾਦ ਜੇ ਮੈਂ ਕਮਾ ਲਵਾਂ ਇਸ ਜੀਵਨ ਵਿੱਚ, ਫਿਰ ਗੱਲ ਬਣਦੀ ਹੈ। ਸਾਹਿਬ ਸਾਨੂੰ ਉਸੇ ਪਾਸੇ ਟੋਰਦੇ ਨੇ ਕਿ ਨਾਮ ਦੀ ਕਮਾਈ ਵੱਲ ਅਸੀਂ ਜਾਣਾ ਹੈ, ਨਾਮ ਨੂੰ ਜਾਣਨਾ ਹੈ। ਸ਼ਬਦ ਦੀ ਇੱਕ ਡਾਇਮੈਂਸ਼ਨ ਅੱਖਰ ਵਿੱਚ ਹੈ, ਇਸ ਅੱਖਰ ਨੂੰ ਜਾਣਨਾ ਹੈ। ਸ਼ਬਦ ਤਾਂ ਫਿਰ ਆਪਣੇ ਦਰਸ਼ਨ ਵਿੱਚ ਨਿਰੰਕਾਰ ਰੂਪ ਰੱਖਦਾ ਹੈ। ਸ਼ਬਦ ਤਾਂ ਸਰਵ ਵਿਆਪਕ ਸ਼ਕਤੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣਾ ਗੁਰੂ ਕਿਹਾ, ਸੁਰਤ ਕਮਾ ਲਈਏ ਜੀਵਨ ਵਿੱਚ, ਸ਼ਬਦ ਹਾਜ਼ਰ ਹੋ ਜਾਏਗਾ। ਉਸ ਨੂੰ ਜਾਣਨ ਵਾਸਤੇ ਕੋਈ ਨਾਪ ਤੋਲ ਕਰਨ ਦੀ, ਗਿਣਤੀ ਕਰਨ ਦੀ ਲੋੜ ਨਹੀਂ ਹੈ, ਨਾਮ ਨਾਲ ਜੁੜਨ ਦੀ ਲੋੜ ਹੈ। ਉਸ ਇਨਫਾਈਨਾਈਟ ਨੂੰ ਜਾਣਨਾ ਹੈ, ਅਸੰਖ ਨੂੰ ਜਾਣਨਾ ਹੈ, ਤਾਂ ਵੀ ਨਾਮ ਦੇ ਜ਼ਰੀਏ ਜਾਣਿਆ ਜਾਏਗਾ, ਜਿਹੜਾ ਗਿਣਤੀ ਤੋਂ ਪਰੇ ਹੈ। ਇਹ ਹਜ਼ੂਰ ਨੇ ਸਾਨੂੰ ਦਰਸ਼ਨ ਬਖਸ਼ੇ ਹਨ। ਜਪਜੀ ਵਿੱਚ ਦੇਖੋ, ਹਾਲੇ ਅਸੀਂ 19ਵੀਂ ਪੌੜੀ ਤੱਕ ਆਏ ਹਾਂ, 38 ਪੌੜੀਆਂ ਨੇ, ਹਾਫ ਵੇ ਮਾਰਕ ਸਮਝੀਏ। ਪਰ ਕੁਝ ਲੱਗਦਾ ਹੋਣਾ ਹੈ ਕਿ ਜਪਜੀ ਸਾਹਿਬ ਨੇ ਸਾਨੂੰ ਗੁਰੂ ਨਾਨਕ ਦੇ ਕੁਝ ਦਰਸ਼ਨ ਕਰਾਏ ਹਨ। ਅੰਸ਼ ਮਾਤਰ ਸਹੀ ਬਹੁਤ ਨੇ, ਗੁਰੂ ਦੇ ਅੰਸ਼ ਮਾਤਰ ਦਰਸ਼ਨ ਵੀ ਜੀਵਨ ਨੂੰ ਨਿਹਾਲ ਕਰਦੇ ਹਨ। ਇੱਕ ਵਾਰ ਟੁਰ ਕੇ ਜਾਏ ਗੁਰੂ ਸਾਡੇ ਨਾਲੋਂ, ਸਾਡੇ ਮਨ ਦਾ ਬਗੀਚਾ ਹਰਾ ਹੋ ਜਾਏਗਾ। ਇਹ ਜਿਹੜਾ ਬਾਗ ਹੈ ਮਨ ਦਾ, ਜਪਜੀ ਸਾਹਿਬ ਇਹਨੂੰ ਆਵਾਗਾਮ ਸਦਾ ਮਸ਼ਹੂਰ ਕਰ ਦੇਗਾ। ਅਸੀਂ ਜਪਜੀ ਨੂੰ ਇਸ ਤਰ੍ਹਾਂ ਹੀ ਲੈ ਕੇ ਚੱਲਣਾ ਹੈ ਜਿਵੇਂ ਸਾਡੇ ਪ੍ਰੇਮ ਦਾ ਰਸਤਾ ਹੈ ਗੁਰੂ ਦੇ ਕੋਲ। ਜਿਵੇਂ ਗੁਰੂ ਸਾਨੂੰ ਆਲਿੰਗਨ ਕਰ ਰਹੇ ਹਨ, ਅਪਣਾ ਰਹੇ ਹਨ, ਸਾਡੇ ਮਨ ਨੂੰ ਆਪਣੀ ਅਵਸਥਾ ਦੇ ਦਰਸ਼ਨ ਕਰਾ ਰਹੇ ਹਨ। ਭਾਵੇਂ ਅਸੀਂ ਪੂਰੇ ਨਾ ਕਰ ਪਾਈਏ, ਕਿਉਂਕਿ ਸਾਨੂੰ ਅਰਥਾਂ ਦਾ ਗਿਆਨ ਹੀ ਨਹੀਂ ਹੈ, ਪਰ ਸਾਨੂੰ ਅਗਰ ਗੁਰੂ ਦੀ ਭੁੱਖ ਹੈ ਤਾਂ ਉਹ ਪਿਆਸ ਬੜੀ ਹੈ ਗੁਰੂ ਦੇ ਚਰਨਾਂ ਨੂੰ ਪਕੜਨ ਵਾਸਤੇ। ਪਰਉਪਕਾਰੀ ਜਨ ਬਹੁਤ ਕੋਮਲ ਹਿਰਦੇ ਰੱਖਦੇ ਹਨ।
ਉਹਨਾਂ ਦਾ ਆਪਣਾ ਹਿਰਦੇ ਹੀ ਨਹੀਂ ਹੁੰਦਾ, ਦੁਨੀਆ ਲਈ ਧੜਕਦੇ ਹਨ। ਆਪਣਾ ਤਾਂ ਸਭ ਵੇਚ ਦਿੰਦੇ ਨੇ ਪ੍ਰੇਮ ਵਿੱਚ, ਆਪ ਗਵਾਈਏ ਤਾਂ ਸ਼ੋ ਪਾਈਏ। ਆਪਣਾ ਤਾਂ ਸਭ ਕੁਝ ਅਰਪਣ ਕਰ ਦਿੰਦੇ ਹਨ ਉਹਦੇ ਰੰਗ ਵਿੱਚ। ਬੜੀ ਉੱਚੀ ਅਵਸਥਾ ਹੈ ਪ੍ਰੇਮ ਦੀ, ਕਿਸੇ ਨੂੰ ਮਿਲ ਜਾਏ। ਸੰਤ ਅਤਰ ਸਿੰਘ ਜੀ ਨੂੰ ਕਿਸੇ ਨੇ ਦੱਸਿਆ, ਇੱਕ ਵਾਰ ਪ੍ਰਸ਼ਨ ਪੁੱਛਿਆ ਕਿ ਮਹਾਰਾਜ ਕੁਝ ਨਾਮ ਦੀ ਗੱਲ ਚਲਾਈਏ। ਬੈਠੇ ਬੈਠੇ ਅਥਰੂ ਬਹਿ ਗਏ, ਪੂਰਾ ਚਿਹਰਾ ਭਰ ਆਇਆ। ਕੀ ਗੱਲ ਚਲਾ ਸਕਦੇ ਹਾਂ ਨਾਮ ਦੀ? ਅਥਰੂ ਹੀ ਆ ਸਕਦੇ ਨੇ ਬਸ। ਔਰ ਇਹੀ ਅਥਰੂ ਸਾਨੂੰ ਹਲਕਾ ਕਰ ਲੈਣਗੇ ਅਕੇਲੀ। ਜਿਵੇਂ ਉੱਚੀ ਉਡਾਰੀ ਤੇ ਕੋਈ ਜਾਂਦਾ ਹੈ, ਐਵਰੈਸਟ ਤੇ ਕੋਈ ਚੜਨ ਜਾਂਦਾ ਹੈ, ਬਹੁਤਾ ਭਾਰ ਨਹੀਂ ਲੈ ਕੇ ਜਾ ਸਕਦਾ, ਬੜੀ ਉੱਚੀ ਉਡਾਰੀ ਮਾਰਨੀ ਹੈ। ਪੀੜਾ ਰਸਤਾ ਹੈ, ਬਿਖਮ ਮਾਰਗ ਹੈ। ਇਵੇਂ ਸੁਰਤ ਦੇ ਮਾਰਗ ਤੇ ਹਾਥੀ ਨਹੀਂ ਜਾ ਸਕਦਾ, ਮਨ ਨੂੰ ਹਲਕਾ ਕਰਨਾ ਪਏਗਾ। ਘੜੀਏ ਸ਼ਬਦ ਸੱਚੀ ਟਕਸਾਲ। ਅਖੀਰ ਸਾਹਿਬ ਸਾਨੂੰ ਦਰਸ਼ਨ ਕਰਾਉਣਗੇ। ਨਜ਼ਰ ਦੀ ਕਿਰਪਾ ਦੀ ਦ੍ਰਿਸ਼ਟੀ ਅਗਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਹੋ ਜਾਏ ਤਾਂ ਰੰਗ ਜਾਏ ਮਨ। ਵਾਹਿਗੁਰੂ ਸਾਹਿਬ ਫਿਰ ਸਾਨੂੰ ਇਸ ਦੇ ਅਖੀਰਲੀ ਦੋ ਪੰਕਤੀਆਂ ਤੇ ਆਉਂਦੇ ਆ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਮੇ ਨਾਹੀ ਕੋ ਥਾਉ। ਮੈਨੂੰ ਲੱਗਦਾ ਹੈ ਤਿੰਨਾਂ ਪੌੜੀਆਂ ਦੀ ਨਿਚੋੜ ਜਿਵੇਂ ਨਾਮ ਦੇ ਪੱਲੇ ਮੇਰੇ ਮਨ ਨੂੰ ਬੰਨਣ ਵਾਸਤੇ ਕਹਿ ਰਹੇ ਹਨ। ਸਭ ਕੁਝ ਜਾਣਨਾ ਚਾਹੁੰਦਾ ਹੈ, ਕੀ ਉਹਨੇ ਕਰ ਰਿਹਾ, ਕੀ ਉਹ ਕਰਦਾ ਹੈ, ਕੀ ਉਹਦੀ ਦ੍ਰਿਸ਼ਟੀ ਹੈ, ਕਿਤਨਾ ਦੂਰ ਕਿਤਨਾ ਨੇੜੇ। ਸਭ ਨਾਮ ਦੇ ਵਿੱਚ ਭੇਦ ਛਿਪੇ ਹਨ। ਜੇਤਾ ਕੀਤਾ ਤੇਤਾ ਨਾਮ, ਬਿਨ ਨਾਮੇ ਨਾਹੀ ਕੋ ਥਾਉ। ਇਹ ਨਾਮ ਮੇਰੇ ਮਨ ਵਿੱਚ ਵਸ ਸਕਦਾ ਹੈ। ਇਹ ਨਾਮ ਜਿਹੜਾ ਸਰਵ ਵਿਆਪਕ ਹੈ, ਮੈਨੂੰ ਸਦਾ ਲਈ ਹਰ ਇੱਕ ਨਾਲ, ਹਰ ਅਵਸਥਾ ਨਾਲ ਜੋੜ ਦਿੰਦਾ ਹੈ। ਕਾਲ ਨੂੰ ਵੀ ਫਤਿਹ ਕਰ ਦਿੰਦਾ ਹੈ। ਇਸ ਨਾਮ ਨਾਲ ਮੈਨੂੰ ਯਾਰੀ ਪਾਣੀ ਹੈ। ਇਸ ਨਾਮ ਦੇ ਪ੍ਰੇਮ ਵਿੱਚ ਮਨ ਨੂੰ ਭਿਜਾਣਾ ਹੈ। ਤਾਂ ਮੈਂ ਜਦੋਂ ਕੱਲ ਆਪਣੇ ਅਭਿਆਸ ਵਾਸਤੇ ਬੈਠਾ ਤਾਂ ਸਾਹਿਬ ਜੀਵਨ ਵਿੱਚ ਮਨ ਵਿੱਚ ਆਨੰਦ ਰੂਪ ਦਰਸ਼ਨ ਦੇ ਧਿਆਨ ਬਦਲ ਦੇਣ ਮੇਰੇ ਪਿਛਲੇ ਸਭ ਗੁਣਾਂ ਨੂੰ, ਮਾੜੇ ਚੰਗੇ ਸਭ ਨੂੰ ਤਿਆਗ ਕੇ ਮੈਂ ਮਨ ਨੂੰ, ਉਸ ਮਨ ਨੂੰ ਅਰਪਣ ਕਰਦਿਆਂ ਜਿਹੜਾ ਬਦਲਦਾ ਜਾਂਦਾ ਹੈ, ਜਿਹੜਾ ਨਾਪਣ ਦੀ ਵਿਧੀ ਰੱਖਦਾ ਹੈ, ਜਜਮੈਂਟ ਦੀ ਵਿਧੀ ਰੱਖਦਾ ਹੈ। ਪ੍ਰੇਮ ਵਿੱਚ ਸਭ ਕੁਝ ਬਹਿ ਜਾਂਦਾ ਹੈ। ਕੁਛ ਨਾਪਿਆ ਨਹੀਂ ਜਾਂਦਾ, ਕੋਈ ਲੈਣ ਦੇਣ ਨਹੀਂ ਹੁੰਦਾ, ਕੋਈ ਬਹੀ ਖਾਤਾ ਨਹੀਂ ਹੁੰਦਾ। ਮਹਾਰਾਜ ਸਾਨੂੰ ਇਹ ਬਨ ਦੇ ਰਹੇ ਸਾਡੇ ਨਾਲ, ਕੁਦਰਤ ਕਵਣ ਕਹਾ ਵਿਚਾਰ। ਕਿਵੇਂ ਵਿਚਾਰ ਕਰੀਏ ਉਹਦਾ? ਜਿਹੜਾ ਵਿਚਾਰ ਤੂੰ ਹੀ ਪਰੇ ਹੈ, ਜਿਹੜੀ ਕੁਦਰਤ ਨੂੰ ਮੈਂ ਨਾ ਜਾਣ ਸਕਦਾ ਹਾਂ, ਨਾ ਅਸੰਖ ਵਿੱਚ ਹੀ ਉਹਦੇ ਦਰਸ਼ਨ ਹੋ ਸਕਦੇ ਨੇ। ਕੋਈ ਮੈਥਡ ਨਹੀਂ ਹੈ ਉਸ ਨੂੰ ਮੈਜਰ ਕਰਨ ਦਾ, ਕੋਈ ਮੈਥਡ ਨਹੀਂ ਹੈ ਉਸ ਨੂੰ ਜਾਣਨ ਦਾ, ਕੋਈ ਰਸਤਾ ਨਹੀਂ ਹੈ ਉਸ ਨੂੰ ਨਾਪ ਵਿੱਚ ਲਿਆਉਣ ਦਾ। ਕਈ ਗ੍ਰੰਥ ਲਿਆਂਦੇ ਨੇ, ਪਰ ਜਦ ਪੂਰਨ ਦਰਸ਼ਨ ਹੋਣ ਜਿਹਦੇ ਕੋਲ, ਸ਼ਬਦ ਜਿਹਦੇ ਘਰ ਵਿੱਚ ਹਾਜ਼ਰ ਹੈ। ਗੁਰੂ ਨਾਨਕ ਸਾਹਿਬ ਨੂੰ ਬੇਅੰਤਤਾ ਦੀ ਗੱਲ ਵੀ ਕਹਿੰਦੇ ਨੇ, ਬੇਅੰਤ ਸ਼ਬਦ ਵੀ ਵਰਤਣਾ ਨਹੀਂ ਠੀਕ ਲੱਗ ਰਿਹਾ। ਕਿਵੇਂ ਕਰੀਏ ਵਿਚਾਰ? ਜਿਹੜਾ ਵਿਚਾਰ ਤੋਂ ਪਰੇ ਹੈ ਉਹਨੂੰ ਵਿਚਾਰ 'ਚ ਕਿਵੇਂ ਲਿਆਈਏ? ਕੁਛ ਵੀ ਕਹਾਂਗੇ ਗਲਤ ਹੋ ਜਾਏਗਾ। ਕੁਦਰਤ ਕਵਣ ਕਹਾ ਵਿਚਾਰ, ਕਹਿੰਦੇ ਮੈਂ ਵਾਰੀ ਜਾਂਦਾ ਹਾਂ ਉਸਨੂੰ।
मैं तो अपने आप को वार दिंदा हाँ, की करना है फिर। यही दर्शन साहिब सानू बार बार करा रहे हैं, सानू असंख दे पूरे ज्ञान दे के असंख नूं फिर घेर दिंदे हैं, नाम नाल जोड़ते हैं सानू, यह दसदे हैं सानू कि उसके बारे नहीं जा सकता कोई भी, जो भी यतन करे उहदे एक अपार शक्ति उसनों गहन विच ही नहीं लिया सकता मैं, तो मैं तो एक बार भी उहदे अगे वारा ही नहीं जा सकता। जो तुद पावे साई भली कार, एक्सेप्टेंस विच जी रहे हैं, जिवें उसनूं पूरी तरह सुन लिया होए, पूरी तरह मन विच बिठा लिया होए, अपने मन विच अपने हंकार की जगह कुछ नहीं रह गई होए, सिर्फ निरंकार विराजमान होए, तो हुण मेरे मन का कोई फुरना भी उहदे बिना नहीं है, सब कुछ उहदा ही है। जो तुद पावे साई भली कार, तू सदा सलामत निरंकार। ना मैं सच हाँ, ना मेरी होंद सच है, ना मैं जो है ज्ञान बढ़ता फिरदा वो सच है। सच दुनिया विच निरंकार ही है। जरा जी चीज बदलती है जीवन विच, असी जीवन नूं समझण तो व्याकुल हो जाते हैं, पर दुनिया सृष्टि विच सब कुछ ही बदल रहा है, पर निरंकार नहीं बदलता, वो सदा सलामत है। उहदे दर्शन मेरे मन विच किवें उतर सकते हैं? अखरां और बाणी जरिए। उसनूं मैं किवें जान सकदा हाँ? शब्द की डायमेंशन अखर विच है, इस दे नाल वाह पा के ते कुछ दरवाजे खोलण दे यतन कर रहे हैं साडे लई, सानू कुछ फाउंडेशनस दे रहे हैं जीवन दियां, जिहड़े साडे अगे आउण वाले पौड़ियां विच काम आउणगियां। कमाना सानू है, गुरु प्रसाद गुरु ने बख्शना है। जो तुद पावे साई भली कार, दो ही नहीं रह गए जदों, तो दो मर्जियां किवें रहणगियां? जब मैं ही अर्पण अगर हो गया, मैं नहीं रहा, तो सिर्फ उहदा हुक्म ही रह गया। साहिब सानू उहदे दर्शन करा रहे हैं। जो तुद पावे साई भली कार, तू सदा सलामत निरंकार। अज दी इन्नी विचार आप प्रवान करिए। कोई भुला चुका दी खिमा देना, कोई कुछ पूछना चाहे या दसना चाहे या कुछ और कहना चाहे,